Dear students, today in this video we shall do the critical analysis of the story The Portrait of a Lady written by Khushwant Singh. He has dedicated this story to his own grandmother. As a custom, we shall start from the author. Khushwant Singh was awarded the most famous Padma Bhushan Award by the President of India. He has written a number of books on the Sikh history and religion. And as we know, English is considered as the language of the globe. So in order to have vast readership, he has also translated books from Urdu and Punjabi into English. Apart from being a writer, he has been a lawyer, public relation officer, and a diplomatic. Train to Pakistan is the most famous novel written by him. It is based on the story of 1947's partition between India and Pakistan through the perspective of a fictional border village, Manomajra. ਸੋ ਅਸੀਂ ਕੀ ਰੀਡ ਕੀਤਾ ਜੀ, ਜਿਹੜੀ ਸਟੋਰੀ ਹੈ ਦੀ ਪੋਰਟਰੇਟ ਆਫ ਆ ਲੇਡੀ, ਇਹ ਖੁਸ਼ਵੰਤ ਸਿੰਘ ਹੋਰਾਂ ਦੀ ਲਿਖੀ ਹੋਈ ਸਟੋਰੀ ਹੈ, ਜਿਹੜੇ ਕਿ ਇੱਕ ਇੰਗਲਿਸ਼ ਦੇ ਇੱਕ ਵਧੀਆ ਫੇਮਸ ਪੰਜਾਬੀ ਰਾਈਟਰ ਨੇ। ਇਹ ਸਟੋਰੀ ਦਾ ਆਪਾਂ ਇਹ ਵੀਡੀਓ ਦੇ ਵਿੱਚ ਕੀ ਕਰਨ ਜਾ ਰਹੇ ਹਾਂ, ਕ੍ਰਿਟੀਕਲ ਐਨਾਲਿਸਿਸ। ਕ੍ਰਿਟੀਕਲ ਐਨਾਲਿਸਿਸ ਕੀ ਹੋ ਗਿਆ, ਸਟੋਰੀ ਦੇ ਥੀਮਸ ਜਾਣਨੇ, ਰਾਈਟਰ ਦੀ ਅਟੈਂਸ਼ਨਸ ਕੀ ਨੇ, ਵਾਈ ਹੀ ਹੈਜ਼ ਰਿਟਨ ਸੱਚ ਆ ਸਟੋਰੀ, ਇੱਦਾਂ ਦੀ ਸਟੋਰੀ ਕਿਉਂ ਲਿਖੀ, and we shall try to interpret it from different point of view, ਅਲੱਗ-ਅਲੱਗ point of views ਤੋਂ ਇਹਦੀ ਜਿਹੜੀ ਸਟੋਰੀ ਹੈ ਉਹਦੀ ਇੰਟਰਪ੍ਰੀਟੇਸ਼ਨ ਕਰਨ ਦੀ ਆਪਾਂ ਇਹਦੇ ਵਿੱਚ ਕੋਸ਼ਿਸ਼ ਕਰਾਂਗੇ। ਸੋ ਉਹਨਾਂ ਨੇ ਇਹ ਜਿਹੜੀ ਸਟੋਰੀ ਹੈ ਆਪਣੀ ਜਿਹੜੀ ਓਨ ਗ੍ਰੈਂਡ ਮਦਰ ਹੈ ਉਹਨੂੰ ਡੈਡੀਕੇਟ ਕੀਤੀ ਹੈ। ਕਸਟਮ ਦੇ ਤੌਰ ਉੱਤੇ ਜਿਹੜਾ ਇੱਕ ਟ੍ਰੈਡੀਸ਼ਨ ਚੱਲਿਆ ਹੁੰਦਾ, ਉਹਦੇ ਕਰਕੇ ਆਪਾਂ ਸਭ ਤੋਂ ਪਹਿਲਾਂ ਸਟੋਰੀ ਦੀ ਸਟਾਰਟਿੰਗ ਕਰਾਂਗੇ ਆਥਰ ਤੋਂ। ਅਸੀਂ ਆਥਰ ਬਾਰੇ ਜਾਣਾਂਗੇ। ਉਹਨਾਂ ਨੂੰ ਪਦਮ ਭੂਸ਼ਣ ਅਵਾਰਡ ਆ ਜਿਹੜਾ ਪ੍ਰੈਜ਼ੀਡੈਂਟ ਆਫ ਇੰਡੀਆ ਨੇ ਦਿੱਤਾ ਸੀਗਾ। ਉਹਨਾਂ ਨੇ ਕਾਫੀ ਸਾਰੀਆਂ ਬੁੱਕਸ ਨੇ ਜਿਹੜੀਆਂ ਸਿੱਖ ਹਿਸਟਰੀ ਤੇ ਰਿਲੀਜਨ ਧਰਮ ਦੇ ਉੱਤੇ ਲਿਖੀਆਂ ਨੇ, ਕਿਉਂਕਿ ਉਹਨਾਂ ਨੂੰ ਪਤਾ ਸੀਗਾ ਕਿ ਜਿਹੜੀ ਇੰਗਲਿਸ਼ ਹੈ ਉਹ ਇੱਕ ਗਲੋਬਲ ਲੈਂਗੁਏਜ ਹੈ, ਉਹ ਪੂਰੇ ਵਰਲਡ ਦੇ ਵਿੱਚ ਰੀਡ ਆਊਟ ਕੀਤੀ ਜਾਂਦੀ ਹੈ। ਦੈਟਸ ਵਾਈ ਉਹਨਾਂ ਨੇ ਪੰਜਾਬੀ ਤੇ ਉਰਦੂ ਚੋਂ ਸੋ ਮੈਨੀ ਜਿਹੜੀਆਂ ਬੁੱਕਸ ਨੇ ਉਹਨਾਂ ਨੂੰ ਟਰਾਂਸਲੇਟ ਕੀਤਾ ਹੈ ਇੰਗਲਿਸ਼ ਦੇ ਵਿੱਚ। ਇਸ ਤੋਂ ਬਿਨਾਂ ਕਿ ਉਹ ਇੱਕ ਰਾਈਟਰ ਨੇ, ਉਹ ਇੱਕ ਵਧੀਆ ਲਾਇਰ ਵੀ ਰਹੇ ਨੇ, ਵਕੀਲ ਰਹੇ ਨੇ, ਪਬਲਿਕ ਰਿਲੇਸ਼ਨ ਆਫਿਸਰ ਰਹੇ ਨੇ, ਐਂਡ ਉਹ ਪੋਲੀਟੀਕਲ ਪਰਸਨ ਵੀ ਰਹੇ ਨੇ, ਡਿਪਲੋਮੈਟਿਕ ਰਹੇ ਨੇ। ਜੇਕਰ ਉਹਨਾਂ ਦੇ ਸਭ ਤੋਂ ਫੇਮਸ ਵਰਕ ਦੀ ਆਪਾਂ ਗੱਲ ਕਰੀਏ ਦੈਨ ਇਹਦੇ ਵਿੱਚ ਟ੍ਰੇਨ ਟੂ ਪਾਕਿਸਤਾਨ ਦਾ ਨਾਮ ਆਉਂਦਾ ਹੈ, ਜਿਹੜੀ ਕਿ ਇੱਕ ਸਟੋਰੀ ਹੈ, ਇੱਕ ਨਾਵਲ ਹੈ, ਫਿਕਸ਼ਨਲ ਸਟੋਰੀ ਹੈ, ਲੇਕਿਨ ਹਿਸਟਰੀ ਨੂੰ ਨਾਲ ਦੀ ਨਾਲ ਸਾਈਡ ਬਾਏ ਸਾਈਡ ਲੈ ਕੇ ਚੱਲਦੀ ਹੈ, ਜਿਹੜੀ ਕਿ 1947 ਦੇ ਵਿਚਕਾਰ ਭਾਰਤ ਐਂਡ ਪਾਕਿਸਤਾਨ ਦੇ ਵਿਚਕਾਰ ਜਿਹੜੀ ਪਾਰਟੀਸ਼ਨ ਹੋਈ ਹੈ, ਵੰਡ ਹੋਈ ਹੈ, ਉਹਨੂੰ ਲੈ ਕੇ ਲਿਖੀ ਗਈ ਇੱਕ ਸਟੋਰੀ ਹੈ। ਇੱਕ ਫਿਕਸ਼ਨਲ ਉਹਨਾਂ ਨੇ ਪਿੰਡ ਕ੍ਰੀਏਟ ਕਰ ਲਿਆ ਸਟੋਰੀ ਦੇ ਵਿੱਚ, ਜਿਹੜਾ ਕਿ ਰਿਐਲਿਟੀ 'ਚ ਨਹੀਂ ਹੈ, ਜਿਹਦਾ ਨਾਮ ਉਹਨਾਂ ਨੇ ਦਿੱਤਾ ਜਿਹਨੂੰ ਮਨੋ ਮਾਜਰਾ। ਉਹਦੇ ਪੁਆਇੰਟ ਆਫ ਵਿਊ ਜਿਹੜਾ ਕਿ ਬਾਰਡਰ ਉੱਤੇ ਵਿਲੇਜ ਹੈ, ਉਹਦੇ ਪੁਆਇੰਟ ਆਫ ਵਿਊ ਤੋਂ ਸਾਰੀ ਸਟੋਰੀ ਰੱਖਦੀ ਕਿ ਕਿੱਦਾਂ ਜਿਹੜੀ ਪਾਰਟੀਸ਼ਨ ਹੋਈ, ਕੌਣ ਰਿਸਪੌਂਸੀਬਲ ਸੀ, ਇਹਦੇ ਜਿਹੜੇ ਇਫੈਕਟਸ ਨੇ ਉਹ ਕੀ ਨਿਕਲੇ। ਦੀ ਪ੍ਰੈਜ਼ੈਂਟ ਸਟੋਰੀ ਦੀ ਪੋਰਟਰੇਟ ਆਫ ਅ ਲੇਡੀ is his insight about his grandmother through his own eyes, through his own perspective. He fondly describes how she looked after him when as a little boy he lived with her in village. She would daily get him ready and escort him to school. One another merit of the story is that it is written in such a manner that it creates a verbal imagery before the eyes of the reader. ਸੋ ਨੈਕਸਟ ਸਾਨੂੰ ਕੀ ਪਤਾ ਲੱਗਿਆ ਜੀ, ਜਿਹੜੀ ਇਹ ਸਟੋਰੀ ਹੈ ਦੀ ਪੋਰਟਰੇਟ ਆਫ ਅ ਲੇਡੀ, ਜਿਹੜੇ ਖੁਸ਼ਵੰਤ ਸਿੰਘ ਹੁਰੀ ਨੇ ਉਹਨਾਂ ਨੇ ਆਪਣੀ ਗ੍ਰੈਂਡ ਮਦਰ ਦੇ ਲਈ ਲਿਖੀ ਹੈ। ਉਹਨਾਂ ਦੇ ਆਪਣੇ ਪਰਸਪੈਕਟਿਵ ਤੋਂ, ਇੱਕ ਛੋਟੇ ਬੱਚਾ ਜਦੋਂ ਆਪਣੀ ਦਾਦੀ ਦੇ ਨਾਲ ਰਹਿੰਦਾ ਉਹਦੇ ਪਰਸਪੈਕਟਿਵ ਤੋਂ ਲਿਖੀ ਹੋਈ ਇੱਕ ਸਟੋਰੀ ਹੈ। ਕਿੱਦਾਂ ਜਿਹੜੀ ਦਾਦੀ ਹੈ ਉਹਨਾਂ ਦੀ ਦੇਖਭਾਲ ਕਰਦੀ ਹੈ ਐਂਡ ਉਹਨਾਂ ਨੂੰ ਹਰ ਰੋਜ਼ ਰੈਡੀ ਕਰਦੀ ਹੈ, ਫਿਰ ਉਹਨਾਂ ਨੂੰ ਸਕੂਲ ਤੱਕ ਲੈ ਕੇ ਜਾਂਦੀ ਹੈ। ਇੱਕ ਸਟੋਰੀ ਦਾ ਕਹਿੰਦੇ ਅਨਦਰ ਮੈਰਿਟ ਇੱਕ ਸਟੋਰੀ ਦੀ ਹੋਰ ਸਾਡੇ ਸਾਹਮਣੇ ਕੀ ਆਉਂਦੀ ਹੈ, ਇੰਨੇ ਇੱਕ ਵਧੀਆ ਤਰੀਕੇ ਦੇ ਨਾਲ ਉਹਨਾਂ ਨੇ ਸਟੋਰੀ ਨੂੰ ਲਿਖਿਆ ਹੈ ਕਿ ਡਿਊਰਿੰਗ ਰੀਡਿੰਗ ਜਦੋਂ ਜਿਹੜਾ ਰੀਡਰ ਹੈ ਉਹ ਸਟੋਰੀ ਨੂੰ ਟੈਕਸਟ ਨੂੰ ਓਰੀਜਨਲ ਟੈਕਸਟ ਨੂੰ ਜਦੋਂ ਅਸੀਂ ਪੜ੍ਹਦੇ ਹਾਂ ਸਾਡੇ ਸਾਹਮਣੇ ਇੱਕ ਪਿਕਚਰ ਆ ਜਿਹੜੀ ਉਹ ਕ੍ਰੀਏਟ ਕਰ ਦਿੰਦੀ ਹੈ ਉਹਨਾਂ ਦੀ ਇਹ ਸਟੋਰੀ। ਨੈਕਸਟ ਵੀ ਵਿਲ ਟਾਕ ਅਬਾਊਟ ਦੀ ਥੀਮਸ। Basically, this story is written just to show how the author was emotionally attached to his grandmother, but still
While reading the story, readers can find a number of themes in it. At one level, the story compares and contrasts the village culture with that of the city culture, which was the outcome of the Western culture. For example, the plot starts when Khushwant Singh and his grandmother used to live in a village, but later on they settled in a city. One can easily observe how does their life get changed. So story ਦੇ ਕਾਫੀ ਜ਼ਿਆਦਾ ਅਦਰਵਾਈਜ਼ ਸਟੋਰੀ ਕਾਹਦੇ ਲਈ ਲਿਖੀ ਗਈ ਆ, ਉਹਨਾਂ ਨੇ ਸਿਰਫ ਆਪਣੀ ਗ੍ਰੈਂਡ ਮਦਰ ਦੇ ਨਾਲ ਕਿੱਦਾਂ ਰਹੇ ਨੇ, ਇਮੋਸ਼ਨਲ ਅਟੈਚਮੈਂਟ ਕੀ ਹੈ, ਬੇਸਿਕਲੀ ਸਟੋਰੀ ਇਸੇ ਪਰਪਸ ਦੇ ਨਾਲ ਲਿਖੀ ਗਈ ਹੈ। ਲੇਕਿਨ ਫਿਰ ਵੀ ਜਿਹੜੇ ਇੱਕ ਵਧੀਆ ਲਿਟਰੇਰੀ ਟੈਕਸਟ ਨੇ ਉਹਨਾਂ ਦੀ ਮੈਰਿਟ ਕੀ ਆ ਜਾਂਦੀ ਹੈ ਕਿ ਉਹਦੇ ਵਿੱਚੋਂ ਨੰਬਰ ਆਫ ਥੀਮਸ, ਨੰਬਰ ਆਫ ਰੀਡਰ ਕੱਢਦੇ ਹਮੇਸ਼ਾ ਹੀ ਰਹਿੰਦੇ ਨੇ। ਇੱਦਾਂ ਹੀ ਦਾ ਇੱਕ ਥੀਮ ਸਾਨੂੰ ਕੀ ਪਤਾ ਲੱਗਦਾ ਹੈ ਕਿ ਰਾਈਟਰ ਕੰਪੇਅਰ ਤੇ ਕੰਟਰਾਸਟ ਕਰਦਾ ਹੈ ਕਿ ਜਿਹੜੀ ਵਿਲੇਜ ਲਾਈਫ ਹੈ ਤੇ ਜਿਹੜੀ ਸਿਟੀ ਲਾਈਫ ਹੈ ਉਹਨਾਂ ਦੇ ਵਿਚਕਾਰ ਕੀ ਡਿਫਰੈਂਸ ਆ, ਕੀ ਸਿਮਿਲੈਰਿਟੀਜ਼ ਨੇ। ਓਬਵੀਅਸਲੀ ਹੈ ਜਿਹੜੀ ਵਿਲੇਜ ਲਾਈਫ ਹੈ ਸਾਡੀ ਏਂਸ਼ੀਅੰਟ ਇੰਡੀਅਨ ਸਿਸਟਮ ਦੇ ਵਿੱਚੋਂ ਮਰਜ ਹੋਈ ਸੀ, ਲੇਕਿਨ ਜਿਹੜੀ ਸਿਟੀ ਲਾਈਫ ਹੈ ਉਹ ਵੈਸਟਰਨ ਕਲਚਰ ਦੇ ਪ੍ਰਭਾਵ ਹੇਠ ਆ ਕੇ ਇੱਦਾਂ ਦੀ ਬਣੀ। ਉਹਦੇ ਵਿਚਕਾਰ ਇੱਦਾਂ ਹੀ ਸਟੋਰੀ 'ਚ ਅਸੀਂ ਕੀ ਦੇਖਦੇ ਹਾਂ, ਜਦੋਂ ਸਟੋਰੀ ਦਾ ਪਲਾਟ ਸਟਾਰਟ ਹੁੰਦਾ, ਸਟਾਰਟਿੰਗ ਦੇ ਵਿੱਚ ਖੁਸ਼ਵੰਤ ਸਿੰਘ ਆਪਣੀ ਦਾਦੀ ਦੇ ਨਾਲ ਪਿੰਡ ਦੇ ਵਿੱਚ ਰਹਿੰਦੇ ਨੇ। ਲੇਟਰ ਔਨ ਸਟੋਰੀ 'ਚ ਸਾਨੂੰ ਪਤਾ ਲੱਗਦਾ ਹੈ ਉਹ ਸਿਟੀ ਦੇ ਵਿੱਚ ਜਾ ਕੇ ਸੈਟਲ ਹੋ ਜਾਂਦੇ ਨੇ। ਉਹਨਾਂ ਦੀ ਲਾਈਫ 'ਚ ਕਿੰਨਾ ਕੁ ਚੇਂਜ ਆਉਂਦਾ ਹੈ ਵੀ ਕੈਨ ਈਜ਼ੀਲੀ ਸੀ ਇਨ ਦੀ ਸਟੋਰੀ ਦੇ ਵਿੱਚ ਅਸੀਂ ਈਜ਼ੀਲੀ ਇਸ ਚੀਜ਼ ਨੂੰ ਦੇਖਦੇ ਹਾਂ। ਨੈਕਸਟ ਵਨ, ਸਟੋਰੀ ਆਲਸੋ ਟਾਕ ਅਬਾਊਟ ਯੂਨਿਟੀ ਆਫ ਲਾਈਫ। This is what our Sikh Gurus have taught us in the tradition of Vand Chako, which means eat only after you have shared your meal with others. We see grandmother was emotionally attached not only with human beings but also with other forms of life. For example, in the story, we see her in the village throwing stale chapatis to the village dogs, and in the city, when she was unable to find village dogs, she started feeding the sparrows. ਅਗਲਾ ਥੀਮ ਸਾਨੂੰ ਸਟੋਰੀ ਦੇ ਵਿੱਚੋਂ ਕੀ ਪਤਾ ਲੱਗਦਾ ਜੀ, ਜਿੱਦਾਂ ਸਾਡੇ ਸਿੱਖ ਗੁਰੂਆਂ ਨੇ ਸਾਨੂੰ ਦੱਸਿਆ ਵੰਡ ਛਕੋ ਦਾ ਸਾਨੂੰ ਆਦੇਸ਼ ਦਿੱਤਾ, ਉਹ ਚੀਜ਼ ਸਾਨੂੰ ਸਟੋਰੀ ਦੇ ਵਿੱਚ ਮਿਲਦੀ ਹੈ। ਜਿਹੜੀ ਗ੍ਰੈਂਡ ਮਦਰ ਹੈ ਉਹ ਸਿਰਫ ਹਿਊਮਨ ਬੀਇੰਗ ਦੇ ਨਾਲ ਹੀ ਇਮੋਸ਼ਨਲੀ ਅਟੈਚਡ ਨਹੀਂ, ਲੇਕਿਨ ਜਿੰਨੀਆਂ ਵੀ ਚੀਜ਼ਾਂ ਨੇ, ਸਾਰੀਆਂ ਚੀਜ਼ਾਂ ਜਿਨ੍ਹਾਂ 'ਚ ਲਾਈਫ ਹੈ ਉਹਨਾਂ ਸਾਰੀਆਂ ਚੀਜ਼ਾਂ ਦੇ ਨਾਲ ਇਕੁਅਲੀ ਅਟੈਚਡ ਹੈ। ਵਿਲੇਜ ਦੇ ਵਿੱਚ ਰਹਿੰਦੀ ਹੈ, ਡੌਗਸ ਹੈ ਉਹਨਾਂ ਨੂੰ ਫੀਡ ਕਰਦੀ ਹੈ, ਉਹਨਾਂ ਨੂੰ ਸਟੇਲ ਚਪਾਤੀ ਨੇ ਜਿਹੜੀਆਂ ਬੇਹੀਆਂ ਰੋਟੀਆਂ ਨੇ ਉਹ ਪਾਉਂਦੀ ਹੈ। ਇੱਦਾਂ ਹੀ ਜਦੋਂ ਸਿਟੀ 'ਚ ਸੈਟਲ ਹੋ ਜਾਂਦੇ ਨੇ ਉੱਥੇ ਉਹਨੂੰ ਡੌਗਸ ਨਹੀਂ ਮਿਲ ਪਾਉਂਦੇ, ਦੈਟਸ ਵਾਈ ਉਹ ਜਿਹੜੀ ਸਪੈਰੋਜ਼ ਨੇ, ਚਿੜੀਆਂ ਨੇ, ਉਹਨਾਂ ਨੂੰ ਫੀਡ ਕਰਨਾ ਸਟਾਰਟ ਕਰ ਦਿੰਦੀ ਹੈ। ਫਰਦਰਮੋਰ, the efforts of globalization is obvious at ancient Indian culture. How our own ethics, values and culture is shown merging with the Western culture, thus creating a materialistic environment all around which is quite suffocating, especially for the older generation. When in a city, the author was sent to an English medium school, the grandmother disliked so many things in it, as the author one day told him that they were not given any religious education in the school. She was quite unpleasant. ਸੋ ਸਾਨੂੰ ਨੈਕਸਟ ਕੀ ਪਤਾ ਲੱਗਦਾ ਜੀ, ਗਲੋਬਲਾਈਜੇਸ਼ਨ ਦੇ ਜਿਹੜੇ ਇਫੈਕਟਸ ਪਏ, ਗਲੋਬਲਾਈਜੇਸ਼ਨ ਦੇ ਇਫੈਕਟਸ ਦੇ ਕਾਰਨ ਜਿਹੜਾ ਏਂਸ਼ੀਅੰਟ ਇੰਡੀਅਨ ਕਲਚਰ ਸੀ ਉਹਦੇ 'ਚ ਕਿੱਦਾਂ ਜਿਹੜਾ ਵੈਸਟਰਨ ਕਲਚਰ ਹੈ ਮਰਜ ਹੋਣਾ ਸਟਾਰਟ ਹੋਇਆ, ਜਿਹਦੇ ਕਰਕੇ ਜਿਹੜੀਆਂ ਸਾਡੀਆਂ ਵੈਲਿਊਜ਼ ਸੀਗੀਆਂ, ਐਥਿਕਸ ਸੀਗੇ, ਉਹਨਾਂ 'ਚ ਚੇਂਜ ਆਉਣੇ ਸਟਾਰਟ ਹੋ ਗਏ, ਸਾਡੇ ਕਲਚਰ 'ਚ ਚੇਂਜ ਆਉਣੇ ਸਟਾਰਟ ਹੋ ਗਏ। ਇਹ ਚੀਜ਼ਾਂ ਨੂੰ ਵੀ ਸਟੋਰੀ 'ਚ ਦਿਖਾਇਆ ਜਾ ਰਿਹਾ ਕਿ ਕਿੱਦਾਂ ਹੌਲੀ ਹੌਲੀ ਸਾਡੀਆਂ ਜਿਹੜੀਆਂ ਵੈਲਿਊਜ਼ ਦੀ ਜਗ੍ਹਾ ਦੇ ਉੱਤੇ ਸਾਡੀ ਜਿਹੜੀ ਸੋਚ ਹੈ ਉਹ ਪਦਾਰਥਵਾਦੀ ਹੋ ਗਈ, ਮਟੀਰੀਅਲਿਸਟਿਕ ਸਾਡੀ ਸੋਚ ਬਣਨੀ ਸਟਾਰਟ ਹੋ ਗਈ, ਜਿਹੜਾ ਕਿ ਕਾਫੀ ਸਫੋਕੇਟਿੰਗ ਇਨਵਾਇਰਮੈਂਟ ਕ੍ਰੀਏਟ ਕਰ ਰਿਹਾ ਸੀ, ਸਪੈਸ਼ਲੀ ਫॉर ਦੀ ਓਲਡਰ ਜਨਰੇਸ਼ਨ। ਜਿਹੜੀ ਓਲਡਰ ਜਨਰੇਸ਼ਨ ਸੀ ਉਹਦੇ ਲਈ ਕਾਫੀ ਜ਼ਿਆਦਾ ਇਹ ਚੀਜ਼ ਕਾਫੀ ਜ਼ਿਆਦਾ ਪ੍ਰੋਬਲਮ ਕ੍ਰੀਏਟ ਕਰ ਰਹੀ ਸੀ। ਸਟੋਰੀ 'ਚ ਸਾਨੂੰ ਕੀ ਦਿਖਾਇਆ ਗਿਆ, ਜਦੋਂ ਜਿਹੜੀ ਗ੍ਰੈਂਡ ਮਦਰ ਤੇ ਖੁਸ਼ਵੰਤ ਸਿੰਘ ਹੋਰੀ ਨੇ ਜਦੋਂ ਸਿਟੀ ਦੇ ਵਿੱਚ ਜਾ ਕੇ ਸੈਟਲ ਹੋ ਜਾਂਦੇ ਨੇ, ਉੱਥੇ ਖੁਸ਼ਵੰਤ ਸਿੰਘ ਨੂੰ ਇੱਕ ਇੰਗਲਿਸ਼ ਮੀਡੀਅਮ ਸਕੂਲ ਦੇ ਵਿੱਚ ਭੇਜਿਆ ਜਾਂਦਾ, ਜਿੱਥੇ ਉਹਨਾਂ ਨੂੰ ਕਿਸੇ ਕਿਸਮ ਦੀ ਕੋਈ ਰਿਲੀਜੀਅਸ ਐਜੂਕੇਸ਼ਨ ਨਹੀਂ ਦਿੱਤੀ ਜਾਂਦੀ। ਗ੍ਰੈਂਡ ਮਦਰ ਨੂੰ ਜਦੋਂ ਇਹਨਾਂ ਸਾਰੀਆਂ ਚੀਜ਼ਾਂ ਦਾ ਪਤਾ ਲੱਗਦਾ, ਸ਼ੀ ਵਾਜ਼ ਕੁਆਇਟ disappointed. Besides, generation gap is again one of the themes of the story.
which is shown much more aggressive in city culture than that of the village culture। ਅਗੇਨ ਸਾਨੂੰ ਕੀ ਪਤਾ ਲੱਗਦਾ ਜੀ, ਸਟੋਰੀ ਦੇ ਵਿੱਚ ਜਨਰੇਸ਼ਨ ਗੈਪ ਹੈ ਜਿਹੜਾ ਉਹ ਸ਼ੋ ਕੀਤਾ ਗਿਆ ਕਿ ਸਿਟੀ ਕਲਚਰ ਦੇ ਵਿੱਚ ਜ਼ਿਆਦਾ ਹੈ, ਵਿਲੇਜ ਕਲਚਰ ਦੇ ਵਿੱਚ ਘੱਟ ਹੈ। ਫੋਰ ਐਗਜ਼ਾਮਪਲ ਇਨ ਦੀ ਸਿਟੀ the author could not share his living room with his grandmother while it was possible in the village। ਪਿੰਡ ਦੇ ਵਿੱਚ ਪੋਸੀਬਲ ਸੀਗਾ ਕਿ ਜਿਹੜਾ ਗ੍ਰੈਂਡਮਦਰ ਹੈ ਤੇ ਜਿਹੜਾ ਖੁਸ਼ਵੰਤ ਸਿੰਘ ਹੋਰੀ ਨੇ ਉਹ ਇੱਕੋ ਰੂਮ ਸ਼ੇਅਰ ਕਰਦੇ ਸੀ, ਲੇਕਿਨ ਸਿਟੀ 'ਚ ਜਾ ਕੇ ਉਹਨਾਂ ਨੂੰ ਅਲੱਗ-ਅਲੱਗ ਡਿਫਰੈਂਟ ਰੂਮ ਨੇ ਜਿਹੜੇ ਅਲਾਟ ਕਰ ਦਿੱਤੇ ਗਏ ਸੀ ਬਾਏ ਦੀ ਪੈਰੈਂਟਸ ਆਫ ਖੁਸ਼ਵੰਤ ਸਿੰਘ ਦੇ ਪੈਰੈਂਟਸ ਦੇ ਦੁਆਰਾ। ਮੋਰਓਵਰ ਸਾਨੂੰ ਕੀ ਪਤਾ ਲੱਗਦਾ, ਦੇ ਵਰ ਕੁਆਇਟ ਇਮੋਸ਼ਨਲੀ ਅਟੈਚਡ, ਦੇਅਰ ਵਾਜ਼ ਅ ਲੋਟਸ ਆਫ ਕਮਿਊਨੀਕੇਸ਼ਨ ਬਿਟਵੀਨ ਖੁਸ਼ਵੰਤ ਸਿੰਘ ਐਂਡ ਹਿਜ਼ ਗ੍ਰੈਂਡਮਦਰ ਇਨ ਦੀ ਵਿਲੇਜ, ਬਟ ਇਨ ਦੀ ਸਿਟੀ ਦੀ ਗ੍ਰੈਂਡਮਦਰ ਲਵ ਟੂ ਰਿਮੇਨ ਸਾਈਲੈਂਟ। ਹੋਰ ਸਾਨੂੰ ਕੀ ਪਤਾ ਲੱਗਦਾ ਕਿ ਪਿੰਡ ਦੇ ਵਿੱਚ ਗ੍ਰੈਂਡਮਦਰ ਹੈ ਤੇ ਖੁਸ਼ਵੰਤ ਸਿੰਘ ਹੋਰੀ ਨੇ ਆਪਸ ਦੇ ਵਿੱਚ ਕਾਫੀ ਜ਼ਿਆਦਾ ਉਹਨਾਂ ਦੀ ਕਮਿਊਨੀਕੇਸ਼ਨ ਹੁੰਦੀ ਹੈ, ਲੇਕਿਨ ਜਿੱਦਾਂ ਹੀ ਸਿਟੀ ਦੇ ਵਿੱਚ ਸੈਟਲ ਹੁੰਦੇ ਨੇ ਜਿਹੜੀ ਗ੍ਰੈਂਡਮਦਰ ਹੈ ਉਹਨਾਂ ਨੂੰ ਸਾਈਲੈਂਟ ਰਹਿਣਾ ਜ਼ਿਆਦਾ ਪਸੰਦ ਹੋਣ ਲੱਗ ਜਾਂਦਾ। ਜਿੱਦੋਂ ਸਾਨੂੰ ਕੀ ਸ਼ੋ ਹੋ ਰਿਹਾ, ਦੇਅਰ ਵਾਜ਼ ਅ ਜਨਰੇਸ਼ਨ ਗੈਪ ਬਿਟਵੀਨ ਬੋਥ, ਦੋਨਾਂ ਦੇ ਵਿਚਕਾਰ ਜਿਹੜਾ ਜਨਰੇਸ਼ਨ ਗੈਪ ਸੀਗਾ ਉਹ ਕਾਫੀ ਜ਼ਿਆਦਾ ਅਗਰੈਸਿਵ ਹੁੰਦਾ ਜਾ ਰਿਹਾ ਸੀ।